ਵੈਲਕਮ ਸਟੂਡੈਂਟਸ। ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਪੇਪਰ ਅੰਡਰਸਟੈਂਡਿੰਗ ਦਾ ਸੈਲਫ। ਇਹਦਾ ਫਸਟ ਟੌਪਿਕ ਆ ਸੋਸ਼ਲਾਈਜੇਸ਼ਨ, ਸਮਾਜੀਕਰਨ। ਕੀ ਹੁੰਦਾ ਸਮਾਜੀਕਰਨ? ਅਸੀਂ ਜਾਣਦੇ ਹਾਂ ਕਿ ਕੋਈ ਵੀ ਬੱਚਾ ਜਿਹੜਾ ਜਨਮ ਲੈਂਦਾ ਹੈ ਸਮਾਜ ਦੇ ਵਿੱਚ, ਤਾਂ ਉਹ ਉਸੇ ਟਾਈਮ ਸਮਾਜ ਦਾ ਇੱਕ ਨਾਗਰਿਕ ਜਾਂ ਇੱਕ ਮੈਂਬਰ ਬਣ ਜਾਂਦਾ ਹੈ। ਸਮਾਜ ਦਾ ਮੈਂਬਰ ਹੋਣ ਦੇ ਨਾਤੇ ਉਸ ਨੂੰ ਸਮਾਜ ਦੇ ਵਿੱਚ ਰਹਿਣ ਲਈ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਬਚਪਨ 'ਚ ਤਾਂ ਨਹੀਂ ਅਸੀਂ ਕਹਿ ਸਕਦੇ, ਪਰ ਫਿਰ ਵੀ ਜਦੋਂ ਵੱਡਾ ਹੁੰਦਾ ਹੈ ਉਸ ਨੂੰ ਜ਼ਿੰਮੇਵਾਰ ਜਿਹੜਾ ਮੈਂਬਰ ਬਣਨਾ ਪੈਂਦਾ ਹੈ। ਸਮਾਜ ਦਾ ਜਿਹੜਾ ਸਮਾਜ ਚਾਹੁੰਦਾ ਹੈ ਕਿ ਜੋ ਵੀ ਉਸ ਦੇ ਨਿਯਮ ਕਾਨੂੰਨ ਬਣਾਏ ਹੋਏ ਨੇ ਉਹਦੇ ਅਕੋਰਡਿੰਗ ਹੀ ਜਿਹੜਾ ਬੱਚਾ ਹੈ ਜਾਂ ਨਵਾਂ ਮੈਂਬਰ ਆ ਉਹਦੇ ਅਕੋਰਡਿੰਗ ਹੀ ਉਸ ਨੂੰ ਵਿਵਹਾਰ ਨੂੰ ਸਿੱਖੇ ਅਤੇ ਵਿਵਹਾਰ ਨੂੰ ਕੀ ਆ ਅਪਣਾਏ। ਇਸ ਲਈ ਅਸੀਂ ਕਹਿੰਦੇ ਹਾਂ ਕਿ ਇੱਕ ਬੱਚੇ ਲਈ ਸਮਾਜੀਕਰਨ ਬਹੁਤ ਜ਼ਰੂਰੀ ਪ੍ਰਕਿਰਿਆ ਹੈ, ਉਸ ਨੂੰ ਸਮਾਜ ਦੇ ਵਿੱਚ ਰਹਿਣ ਲਈ ਯੋਗ ਬਣਾਉਂਦੀ ਹੈ। ਤਾਂ ਸਮਾਜੀਕਰਨ ਆ ਜਿਹੜਾ ਉਹ ਕੀ ਆ? ਬੱਚੇ ਨੂੰ ਸਮੂਹ ਦੇ ਨਿਯਮਾਂ ਦੀ ਜਾਣਕਾਰੀ ਦੇਣਾ। ਸਮੂਹ ਮੀਨਜ਼ ਸਮਾਜ ਕਹਿ ਸਕਦੇ ਹੋ, ਗਰੁੱਪ ਕਹਿ ਸਕਦੇ ਹੋ, ਜਿੱਥੇ ਬੱਚਾ ਜਾਂ ਉਹਦੇ ਵਰਗੇ ਹੋਰ ਮੈਂਬਰ ਜਿਹੜੇ ਨੇ ਉਹ ਰਹਿੰਦੇ ਨੇ। ਤਾਂ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਹਰੇਕ ਮੈਂਬਰ ਦਾ, ਜਿਹੜਾ ਵੀ ਨਵਾਂ ਮੈਂਬਰ ਬਣਦਾ ਏ, ਉਸ ਦਾ ਸਮਾਜੀਕਰਨ ਕਰੇ, ਤਾਂ ਜੋ ਉਹਨਾਂ ਦਾ ਵਿਵਹਾਰ ਆ ਜਿਹੜਾ ਸਮੂਹ ਦੇ ਨਿਯਮਾਂ ਮੁਤਾਬਕ ਅਰਥ ਭਰਪੂਰ ਹੋ ਜਾਵੇ। ਸਮਾਜੀਕਰਨ ਦੀ ਪ੍ਰਕਿਰਿਆ ਇਸ ਤਰ੍ਹਾਂ ਦੀ ਆ ਕਿ ਜਿਹੜਾ ਬੱਚਾ ਇਸ ਸਮਾਜ ਪ੍ਰਤੀ ਦੋ ਤਰਫਾ ਜਵਾਬ ਦੇਣਾ ਸਿੱਖਦਾ ਏ, ਜਾਂ ਵਿਅਕਤੀ ਕਹਿ ਲਓ ਜਾਂ ਬੱਚਾ ਕਹਿ ਲਓ। ਸਮਾਜੀਕਰਨ ਪ੍ਰਕਿਰਿਆ ਰਾਹੀਂ ਹੀ ਇੱਕ ਪ੍ਰਾਣੀ ਸਮਾਜਿਕ ਜੀਵ ਵਿੱਚ ਤਬਦੀਲ ਹੁੰਦਾ ਏ। ਅਸੀਂ ਕਹਿੰਦੇ ਹਾਂ ਮਨੁੱਖ ਨੂੰ ਸੋਸ਼ਲ ਐਨੀਮਲ, ਤਾਂ ਉਹ ਸੋਸ਼ਲ ਐਨੀਮਲ ਤਾਂ ਹੀ ਬਣਦਾ ਏ ਜੇ ਸਮਾਜ ਦੇ ਵਿੱਚ ਰਹਿੰਦਾ ਏ। ਇਸ ਪ੍ਰਕਿਰਿਆ ਰਾਹੀਂ ਜਿਹੜਾ ਵਿਅਕਤੀ ਆ ਉਹ ਸਮਾਜ ਵਿੱਚ ਆਪਣੇ ਪ੍ਰਤਿਭਾਸ਼ਾਲੀ ਜਿਹੜਾ ਭੂਮਿਕਾ ਨਿਭਾਉਂਦਾ ਏ, ਸਮਾਜ ਦੀ ਭੂਮਿਕਾ ਦੇ ਵਿਵਹਾਰ ਸਿੱਖਦਾ ਏ। ਇੱਕ ਅਜਿਹੀ ਪ੍ਰਕਿਰਿਆ ਹੈ ਸਮਾਜੀਕਰਨ ਜਿਸ ਵਿੱਚ ਇੱਕ ਛੋਟੀ ਯੰਗਰ ਪੀੜ੍ਹੀ ਬਾਲਗ ਦੀ ਭੂਮਿਕਾ ਸਿੱਖਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਨਿਭਾਉਂਦੀ ਹੈ। ਇਸ ਪ੍ਰਕਾਰ ਇਹ ਪ੍ਰਕਿਰਿਆ ਜਿਹੜੀ ਲਗਾਤਾਰ ਚੱਲਦੀ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ। ਇੱਕ ਅਜਿਹੀ ਪ੍ਰਕਿਰਿਆ ਹੈ ਜਿਹੜੀ ਵਿਅਕਤੀ ਨੂੰ ਸਵੈ ਪਹਿਚਾਣ ਬਣਾਉਣ ਦੇ ਅਤੇ ਜੀਵਨ ਚੱਕਰ ਦੇ ਅਗਲੇ ਪੜਾਵਾਂ ਦੇ ਵਿੱਚ ਪ੍ਰਗਤੀ ਸਮੇਂ ਦੀਆਂ ਭੂਮਿਕਾਵਾਂ ਗ੍ਰਹਿਣ ਕਰਨ ਵਿੱਚ ਸਹਾਈ ਹੁੰਦੀ ਆ। ਇੱਕ ਬੱਚੇ ਵਿੱਚ ਹਰੇਕ ਕਿਸਮ ਦੀ ਚੇਤਨਾ ਪੈਦਾ ਕਰਨਾ ਸਮਾਜੀਕਰਨ ਦਾ ਹੀ ਕੰਮ ਆ। ਅੱਗੇ ਅਸੀਂ ਕਰਾਂਗੇ ਸਮਾਜੀਕਰਨ ਦਾ ਅਰਥ। ਇਹ ਅਸੀਂ ਇੱਕ ਥੋੜ੍ਹੀ ਜਿਹੀ ਇੰਟਰੋਡਕਸ਼ਨ ਕੀਤੀ ਸੀ। ਸਮਾਜੀਕਰਨ ਦਾ ਅਰਥ ਅਸੀਂ ਦੋ ਤਰੀਕਿਆਂ ਨਾਲ ਦੇਖਾਂਗੇ, ਇੱਕ ਤਾਂ ਵਿਅਕਤੀ ਦੇ ਨਜ਼ਰੀਏ ਤੋਂ, ਇੱਕ ਸਮਾਜ ਦੇ ਨਜ਼ਰੀਏ ਤੋਂ। ਵਿਅਕਤੀ ਦੇ ਨਜ਼ਰੀਏ ਤੋਂ ਜੇ ਅਸੀਂ ਦੇਖੀਏ ਤਾਂ ਨਵ ਜੰਮਿਆ ਬਾਲਕ ਸਿਰਫ ਇੱਕ ਜੀਵ ਹੁੰਦਾ ਏ। ਸਮਾਜੀਕਰਨ ਹੀ ਉਸ ਨੂੰ ਸਮਾਜ ਪ੍ਰਤੀ ਜ਼ਿੰਮੇਵਾਰ ਬਣਾਉਂਦਾ ਏ, ਜਿਸ ਕਾਰਨ ਉਹ ਸਮਾਜਿਕ ਤੌਰ 'ਤੇ ਕਿਰਿਆਸ਼ੀਲ ਹੁੰਦਾ ਏ, ਸਮਾਜ ਦੇ ਵਿੱਚ ਆਪਣੀਆਂ ਕਿਰਿਆਵਾਂ ਕਰਨ ਦੇ ਯੋਗ ਹੁੰਦਾ ਏ ਅਤੇ ਜਿਹੜੀਆਂ ਉਹਦੀਆਂ ਕਿਰਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਮਾਨਤਾ ਮਿਲਦੀ ਹੈ ਸਮਾਜ ਵੱਲੋਂ। ਸਮਾਜੀਕਰਨ ਇੱਕ ਐਂਡਲੈਸ ਕਿਰਿਆ ਏ ਜਾਂ ਅਨੰਤ ਕਿਰਿਆ ਏ। ਜਿਹੜਾ ਬਾਲਕ ਆ ਉਹ ਸਮੂਹ ਦਾ ਮੈਂਬਰ ਬਣ ਜਾਂਦਾ ਇਸ ਪ੍ਰਕਿਰਿਆ ਰਾਹੀਂ ਅਤੇ ਉਸ ਦੀ ਸ਼ਖਸੀਅਤ ਆ ਜਿਹੜੀ ਉਹ ਡਿਵੈਲਪ ਹੋ ਜਾਂਦੀ ਆ। ਇਹ ਪ੍ਰਕਿਰਿਆ ਬਾਲਕ ਨੂੰ ਸਮੂਹ ਵਿੱਚ ਉਪਯੁਕਤ ਬਣਨ ਅਤੇ ਸਮਾਜਿਕ ਭੂਮਿਕਾ ਨਿਭਾਉਣ ਲਈ ਤਿਆਰ ਕਰਦੀ ਹੈ। ਜਿਹੜਾ ਬਾਲਕ ਉਹ ਨਵੇਂ ਸਮੂਹ ਦਾ ਉਪਯੁਕਤ ਮੈਂਬਰ ਬਣ ਜਾਂਦਾ ਹੈ, ਉਹ ਆਪਣੇ ਸਮਾਜਿਕ ਅਨੁਕ੍ਰਮ ਅਤੇ ਵਿਵਸਥਾਵਾਂ ਨਾਲ ਸਮਾਯੋਜਨ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ। ਤਾਂ ਸਮਾਜੀਕਰਨ ਅਜਿਹੀ ਪ੍ਰਕਿਰਿਆ ਹੈ ਜਿਹੜੀ ਮਨੁੱਖ ਨੂੰ ਸਮਾਯੋਜਨ ਕਰਨ ਦੇ ਯੋਗ ਬਣਾਉਂਦੀ ਆ। ਸਮਾਜੀਕਰਨ ਦਾ ਭਾਵ ਮਨੁੱਖੀ ਦਿਮਾਗ, ਸਰੀਰ, ਪ੍ਰਵਿਰਤੀ, ਵਿਵਹਾਰ ਆਦਿ ਦੇ ਵਿਕਾਸ ਤੋਂ ਹੈ। ਸਮਾਜੀਕਰਨ ਵਿਅਕਤੀ ਨੂੰ ਸਮਾਜਿਕ ਸੰਸਾਰ ਵਿੱਚ ਨਿਯੁਕਤ ਹੋਣ ਲਈ ਤਿਆਰ ਕਰਦਾ ਹੈ। ਇਸ ਲਈ ਅਸੀਂ ਕਹਿੰਦੇ ਕਿ ਸਮਾਜੀਕਰਨ ਸ਼ਬਦ ਆ ਜਿਹੜਾ, ਉਸ ਤੋਂ ਭਾਵ ਅੰਤਰ ਕਿਰਿਆ ਦੀ ਅਜਿਹੀ ਪ੍ਰਕਿਰਿਆ ਹੈ ਜਿਸ ਰਾਹੀਂ ਪ੍ਰਗਤੀਸ਼ੀਲ ਵਿਅਕਤੀ ਉਸ ਸਮਾਜਿਕ ਸਮੂਹ ਦੀਆਂ ਆਦਤਾਂ, ਕਦਰਾਂ ਅਤੇ ਵਿਸ਼ਵਾਸਾਂ ਨੂੰ ਗ੍ਰਹਿਣ ਕਰਦਾ ਹੈ ਜਿਸ ਵਿੱਚ ਉਹ ਜਨਮ ਲੈਂਦਾ ਹੈ।
ਇਹ ਤਾਂ ਸੀਗੀ ਵਿਅਕਤੀ ਦੀ ਗੱਲ। ਇਸ ਤੋਂ ਬਾਅਦ ਸਮਾਜ ਦੀ ਗੱਲ ਕਰਦੇ ਹਾਂ। ਸਮਾਜ ਦੇ ਨਜ਼ਰੀਏ ਤੋਂ ਸਮਾਜੀਕਰਨ ਕੀ ਆ? ਉਹ ਢੰਗ ਹੈ ਜਿਸ ਰਾਹੀਂ ਇੱਕ ਸਮਾਜ ਆਪਣੇ ਸੱਭਿਆਚਾਰ ਦਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸੰਚਾਰ ਕਰਦਾ ਏ, ਆਪਣੀ ਹੋਂਦ ਨੂੰ ਬਰਕਰਾਰ ਰੱਖਦਾ ਏ। ਵਿਅਕਤੀ ਜਿਹੜਾ ਹੈ ਇਸ ਪ੍ਰਕਿਰਿਆ ਤੋਂ ਸਮਾਜਿਕ ਵਿਵਹਾਰ ਸਿੱਖਦਾ ਏ, ਸਵੈ ਦਾ ਵਿਕਾਸ ਕਰਦਾ ਏ। ਸਮਾਜੀਕਰਨ ਦੀ ਪ੍ਰਕਿਰਿਆ ਦਾ ਪੱਧਰ ਇਸ ਤਰ੍ਹਾਂ ਕਾਰਜ ਕਰਦਾ ਹੈ ਕਿ ਸ਼ਿਸ਼ੂ ਆ ਜਿਹੜਾ ਜਾਂ ਬੱਚਾ ਜਾਂ ਨਵ ਜਨਮਿਆ ਮੈਂਬਰ ਆ ਸਮਾਜ ਦਾ, ਉਹਦੇ ਅੰਦਰ ਜਿਹੜਾ ਇਹ ਸਮਾਵੇਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ। ਇੱਕ ਬਾਹਰੀ ਸਮਾਵੇਸ਼ਨ ਤੇ ਇੱਕ ਅੰਦਰੂਨੀ ਸਮਾਵੇਸ਼ਨ। ਅੰਦਰੂਨੀ ਸਮਾਵੇਸ਼ਨ ਮੀਨਜ਼ ਉਹ ਆਪਣੇ ਆਪ ਨਾਲ ਜਿਹੜੀ ਐਡਜਸਟਮੈਂਟ ਸਿੱਖ ਜਾਂਦਾ ਹੈ। ਬਾਹਰੀ ਸਮਾਵੇਸ਼ਨ ਮੀਨਜ਼ ਉਹ ਬਾਹਰਲੇ ਸਮਾਜ ਨਾਲ ਐਡਜਸਟਮੈਂਟ ਕਰਨੀ ਸਿੱਖ ਜਾਂਦਾ ਹੈ। ਸਮਾਜਿਕ ਨਿਯਮ ਵਿਅਕਤੀ ਲਈ ਆਂਤਰਿਕ ਬਣ ਜਾਂਦੇ ਨੇ। ਇਹ ਬਾਹਰੀ ਤੌਰ 'ਤੇ ਨਿਯੰਤਰਣ ਹੋਣ ਦੀ ਥਾਂ ਸਵੈ ਥੋਪੇ ਗਏ ਹੁੰਦੇ ਨੇ। ਮੀਨਜ਼ ਇਹ ਜ਼ਰੂਰੀ ਨੇ ਕਿ ਅਸੀਂ ਮੰਨਣੇ ਨੇ। ਇਹਦੇ ਵਿੱਚ ਕੋਈ ਅਸੀਂ ਆਪਣੀ ਜਿਹੜੀ ਆ ਰਾਏ ਜਾਂ ਆਪਣੀ ਸੋਚ ਜਾਂ ਆਪਣੀ ਇੱਛਾ ਪ੍ਰਗਟ ਨਹੀਂ ਕਰ ਸਕਦੇ। ਇਹ ਸਾਡੀ ਸ਼ਖਸੀਅਤ ਦਾ ਹਿੱਸਾ ਬਣ ਜਾਂਦੇ ਨੇ। ਤਾਂ ਇਹ ਕੀ ਕਰਦੇ ਨੇ? ਸਾਨੂੰ ਸਮਾਜ ਦੇ ਵਿੱਚ ਪ੍ਰਮਾਣਿਤ ਕਰਦੇ ਨੇ। ਇਸ ਤੋਂ ਇਲਾਵਾ ਸਮਾਜਿਕ ਅੰਤਰ ਕਿਰਿਆਵਾਂ ਦੇ ਜ਼ਰੂਰੀ ਤੱਤ ਦੇ ਤੌਰ 'ਤੇ ਇਹਨਾਂ ਨੂੰ ਦੇਖਿਆ ਜਾਂਦਾ ਹੈ। ਇਹਨਾਂ ਨਿਯਮਾਂ ਨੂੰ ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਵਿਅਕਤੀ ਸੱਭਿਅਕ ਹੋ ਜਾਂਦਾ ਹੈ। ਉਹ ਦੂਸਰਿਆਂ ਦੀਆਂ ਉਮੀਦਾਂ ਅਨੁਸਾਰ ਵਿਵਹਾਰ ਕਰਦਾ ਹੈ। ਸਮਾਜੀਕਰਨ ਦੀ ਮੂਲਭੂਤ ਕਿਰਿਆ ਸਮਾਜਿਕ ਅੰਤਰ ਕਿਰਿਆਵਾਂ ਨਾਲ ਸੰਬੰਧਿਤ ਹੁੰਦੀ ਹੈ। ਇਸ ਤਰ੍ਹਾਂ ਨਾਲ ਅਸੀਂ ਸਮਾਜੀਕਰਨ ਦਾ ਅਰਥ ਹੈ ਜਿਹੜਾ ਦੋ ਤਰੀਕਿਆਂ ਨਾਲ ਦੇਖਦੇ ਹਾਂ। ਹੁਣ ਅਸੀਂ ਦੇਖਦੇ ਹਾਂ ਸਮਾਜੀਕਰਨ ਇੱਕ ਵਿਆਪਕ ਪ੍ਰਕਿਰਿਆ ਹੈ। ਤਾਂ ਇਸ ਦੀਆਂ ਡੈਫੀਨੇਸ਼ਨਸ ਨੇ ਇਹਦੇ ਅੰਦਰ। ਤਾਂ ਅਸੀਂ ਡੈਫੀਨੇਸ਼ਨ ਦੇਖਦੇ ਹਾਂ ਕਿਸ ਤਰ੍ਹਾਂ ਇੱਕ ਵਿਆਪਕ ਪ੍ਰਕਿਰਿਆ ਸਿੱਧ ਕੀਤਾ ਹੈ ਇਸ ਨੂੰ ਵਿਦਵਾਨਾਂ ਨੇ। ਸਭ ਤੋਂ ਪਹਿਲਾਂ ਹਾਰਟਨ ਤੇ ਹੰਟ ਦੀ ਡੈਫੀਨੇਸ਼ਨ ਲਵਾਂਗੇ। ਸਮਾਜੀਕਰਨ ਅਜਿਹੀ ਕਿਰਿਆ ਹੈ ਜਿਸ ਰਾਹੀਂ ਇੱਕ ਵਿਅਕਤੀ ਆਪਣੇ ਸਮੂਹ ਦੇ ਮਾਪਦੰਡਾਂ ਮਾਨਕਾਂ ਦਾ ਸਮਾਵੇਸ਼ਨ ਕਰਦਾ ਹੈ ਤਾਂ ਕਿ ਉਹ ਆਪਣੇ ਲਈ ਸਪਸ਼ਟ ਆਤਮ ਉਭਾਰ ਪ੍ਰਾਪਤ ਕਰ ਸਕੇ ਤੇ ਉਸ ਲਈ ਵਿਸ਼ੇਸ਼ ਹੋਵੇ। ਸਮਾਜੀਕਰਨ ਦੀ ਪ੍ਰਕਿਰਿਆ ਦੇ ਰਾਹ ਵਿਅਕਤੀ ਸਮਾਜਿਕ ਜੀਵ ਬਣ ਜਾਂਦਾ ਹੈ ਤੇ ਉਹ ਆਪਣੀ ਸ਼ਖਸੀਅਤ ਵਿਕਸਿਤ ਕਰ ਲੈਂਦਾ ਹੈ। ਤਾਂ ਇਸ ਨੂੰ ਇੰਗਲਿਸ਼ 'ਚ ਵੀ ਤੁਸੀਂ ਯਾਦ ਕਰ ਸਕਦੇ ਹੋ। Socialization is the process whereby one internalizes the us of his groups so that a distinct self emerges unique to this norm of the individual becomes individual through the process of socialization. The individual a social person and attains his personality. Green the definition है socialization process by which the child acquires a cultural content along with selfhood and personality. ਅੱਗੇ ਲੰਡਬਰਗ ਦੀ ਡੈਫੀਨੇਸ਼ਨ ਆ ਸਮਾਜੀਕਰਨ ਅੰਦਰ ਅੰਤਰ ਕਿਰਿਆ ਦੀ ਗੁੰਝਲਦਾਰ ਕਿਰਿਆ ਸ਼ਾਮਿਲ ਹੁੰਦੀ ਹੈ ਜਿਸ ਰਾਹੀਂ ਵਿਅਕਤੀ ਆਦਤਾਂ ਹੁਨਰ ਤੇ ਵਿਸ਼ਵਾਸ ਤੇ ਨਿਰਣਿਆਂ ਦੇ ਮਾਪਦੰਡ ਸਿੱਖਦਾ ਹੈ ਜੋ ਉਸ ਦੀ ਸਮੂਹਿਕ ਸਮੂਹ ਤੇ ਸਮੁਦਾਇ ਵਿੱਚ ਪ੍ਰਭਾਵਸ਼ਾਲੀ ਭਾਗੀਦਾਰੀ ਲਈ ਅਹਿਮ ਹੈ। ਅੱਗੇ ਪੀਟਰ ਬਰਸਲੇ ਦੀ ਡੈਫੀਨੇਸ਼ਨ ਆ ਸਮਾਜੀਕਰਨ ਸਮਾਜ ਤੇ ਪ੍ਰਸਾਰ ਦੀ ਪ੍ਰਕਿਰਿਆ ਹੈ ਜਿਸ ਰਾਹੀਂ ਇੱਕ ਮਨੁੱਖ ਆਪਣੇ ਸਮਾਜਿਕ ਸਮੂਹ ਦੇ ਨਿਯਮ ਤੇ ਪ੍ਰਥਾ ਸਿੱਖਦਾ ਹੈ। ਤਾਂ ਇਹ ਡੈਫੀਨੇਸ਼ਨਸ ਨੇ ਜਿਹੜੀਆਂ ਕਿ ਸਮਾਜੀਕਰਨ ਦੀਆਂ ਨੇ। ਸਮਾਜੀਕਰਨ ਦਾ ਅਰਥ ਆ ਜਿਹੜਾ ਉਸ ਨੂੰ ਅੱਗੇ ਐਕਸਪਲੇਨ ਕਰਦੀਆਂ ਨੇ। ਅਸੀਂ ਇਹ ਕਹਿ ਸਕਦੇ ਹਾਂ ਸਮਾਜੀਕਰਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਮਨੁੱਖ ਇੱਕ ਦੂਸਰੇ ਨਾਲ ਨਿੱਜੀ ਰੂਪ ਜਾਂ ਸਮੂਹਿਕ ਤੌਰ 'ਤੇ ਅੰਤਰ ਕਿਰਿਆ ਕਰਦਾ ਹੈ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਰਾਹੀਂ ਇੱਕ ਵਿਅਕਤੀ ਕਿਸੇ ਸਮਾਜ ਦੀਆਂ ਰਸਮਾਂ ਰਿਵਾਜ ਤੇ ਪ੍ਰਮਾਣਿਤ ਵਿਵਹਾਰ ਸਿੱਖਦਾ ਹੈ। ਕੋਈ ਇੱਕ ਵਾਰ ਵਾਪਰਨ ਵਾਲੀ ਪ੍ਰਕਿਰਿਆ ਨਹੀਂ ਹੈ ਸਗੋਂ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ ਜੋ ਕਿਸੇ ਵਿਅਕਤੀ ਨੂੰ ਉਹ ਹੁਨਰ ਕਦਰਾਂ ਤੇ ਪ੍ਰਵਿਰਤੀ ਨੂੰ ਪ੍ਰਦਾਨ ਕਰਦੀ ਹੈ ਜੋ ਸਮਾਜ ਵਿੱਚ ਅੰਤਰ ਕਿਰਿਆਵਾਂ ਲਈ ਜ਼ਰੂਰੀ ਹਨ। ਹੁਣ ਅਸੀਂ ਦੇਖਦੇ ਹਾਂ ਸਮਾਜੀਕਰਨ ਇੱਕ ਸਧਾਰਨ ਸ਼ਬਦ ਨਹੀਂ। ਸਮਾਜੀਕਰਨ ਭਿੰਨ ਅਵਸਥਾਵਾਂ ਵਿੱਚ ਜਨਮ ਲੈਂਦਾ ਹੈ। ਤਾਂ ਉਹ ਕਿਹੜੀਆਂ ਅਵਸਥਾਵਾਂ ਨੇ ਜਿਵੇਂ ਪ੍ਰਾਇਮਰੀ ਸੈਕੰਡਰੀ ਤੇ ਬਾਲਗ।
ਪ੍ਰਾਇਮਰੀ ਪੱਧਰ ਵਿੱਚ ਛੋਟੇ ਬਾਲਕ ਦਾ ਪਰਿਵਾਰ ਵਿੱਚ ਸਮਾਜੀਕਰਨ ਸ਼ਾਮਲ ਹੈ। ਸੈਕੰਡਰੀ ਪੱਧਰ ਤੇ ਸਕੂਲ ਸ਼ਾਮਲ ਹੈ ਜਿੱਥੇ ਬੱਚੇ ਦਾ ਸਮਾਜੀਕਰਨ ਹੁੰਦਾ ਹੈ। ਤੇ ਤੀਸਰੇ ਪੱਧਰ ਤੇ ਬਾਲਗ ਸਮਾਜੀਕਰਨ। ਇਸ ਪ੍ਰਕਾਰ ਸਮਾਜੀਕਰਨ ਇੱਕ ਸੱਭਿਆਚਾਰਕ ਸਿੱਖਣ ਦੀ ਪ੍ਰਕਿਰਿਆ ਹੈ। ਇੱਕ ਵਿਅਕਤੀ ਲੋੜੀਂਦੇ ਹੁਨਰ ਤੇ ਸਿੱਖਿਆ ਹਾਸਲ ਕਰਦਾ ਹੈ ਤਾਂ ਕਿ ਸਮਾਜਿਕ ਪ੍ਰਣਾਲੀ ਵਿੱਚ ਨਿਯਮਿਤ ਭੂਮਿਕਾ ਨਿਭਾ ਸਕੇ। ਇਹ ਪ੍ਰਕਿਰਿਆ ਅਜਿਹੇ ਸਮਾਜ ਅੰਦਰ ਸਮਾਨ ਹੁੰਦੀ ਹੈ ਪਰੰਤੂ ਕੁਝ ਸੰਸਥਾਗਤ ਤਰਤੀਬ ਵਿਭਿੰਨ ਹੋ ਸਕਦੀ ਹੈ। ਹਰ ਵਾਰੀ ਨਵੇਂ ਹਾਲਾਤ ਪੈਦਾ ਹੋਣ ਨਾਲ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਤਾਂ ਸਮਾਜੀਕਰਨ ਦੀ ਪ੍ਰਕਿਰਿਆ ਜਿਹੜੀ ਹਰ ਇੱਕ ਸਮਾਜ ਦੇ ਵਿੱਚ ਅਲੱਗ-ਅਲੱਗ ਹੋ ਸਕਦੀ ਹੈ ਪਰ ਸਮਾਜ ਦੇ ਰੂਲਸ ਤੇ ਜਿਹੜੇ ਨੋਰਮਸ ਨੇ ਉਹਦੇ ਮੁਤਾਬਿਕ। ਤਾਂ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਮਾਜੀਕਰਨ ਜਿਹੜੀ ਆ ਪ੍ਰਕਿਰਿਆ ਹੈ ਉਹ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ ਜਿਹੜੀ ਵਿਅਕਤੀ ਨੇ ਸਿੱਖਣੀ ਆ ਸਮਾਜ ਦੇ ਵਿੱਚ ਰਹਿਣ ਲਈ। ਤਾਂ ਸਮਾਜ ਦੇ ਵਿੱਚ ਰਹਿਣ ਲਈ ਸਾਨੂੰ ਜੋ ਇੱਕ ਕਹਿ ਲਓ ਕਿ ਤੁਸੀਂ ਪਾਰ ਕਰਨਾ ਪੈਂਦਾ ਏ ਤਾਂ ਉਹ ਕੀ ਆ ਸਮਾਜੀਕਰਨ। ਤਾਂ ਸਮਾਜੀਕਰਨ ਰਾਹੀਂ ਹੀ ਅਸੀਂ ਇਸ ਸਮਾਜ ਦੇ ਵਿੱਚ ਐਂਟਰ ਕਰ ਸਕਦੇ ਹਾਂ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ। ਅੱਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਅਗਲਾ ਟੌਪਿਕ ਕਰਾਂਗੇ। ਓਕੇ, ਥੈਂਕਸ।